किताब तूफाना दा शाह असवार शहीद करतार सिंह सराभा। लेखक सरदार अजमेर सिंह। भाग 8वां। आवाज़ भाई गुरजंट सिंह रूपोवाली। उत्तरी अमरीका विच भारतीयां दी दुर्दशा, सिख प्रतिक्रम दी विलक्षणता ਅਤੇ ਨਸਲੀ ਵਿਤਕਰੇ ਦੀ ਸਮੱਸਿਆ ਦਾ ਵਰਗ ਵਿਸ਼ੇਸ਼ ਖਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦਾ ਆਗਾਜ਼ ਹੁੰਦਿਆਂ ਹੀ ਹਿੰਦੁਸਤਾਨੀ ਅਮਰੀਕਾ ਤੇ ਕੈਨੇਡਾ ਵਿੱਚ ਚੋਖੀ ਸੰਖਿਆ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਇਹਨਾਂ ਵਿੱਚੋਂ ਥੋੜ੍ਹੇ ਜਿਹੇ 200 ਦੇ ਕਰੀਬ ਨੌਜਵਾਨ ਵਿਦਿਆਰਥੀ ਸਨ ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਆਏ ਸਨ। ਵੱਡਾ ਵਰਗ ਪੇਂਡੂ ਕਿਸਾਨਾਂ ਦਾ ਸੀ ਜਿਹੜੇ ਕਿਰਤ ਕਮਾਈ ਕਰਕੇ ਆਪਣੀ ਆਰਥਿਕ ਹੈਸੀਅਤ ਬਿਹਤਰ ਕਰਨ ਦੇ ਮਕਸਦ ਨਾਲ ਆਪਣਾ ਦੇਸ਼ ਛੱਡ ਕੇ ਪਰਦੇਸੀ ਬਣੇ ਸਨ। ਜਿੱਥੇ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਬੰਗਾਲੀਆਂ ਦੀ ਸੀ, ਉੱਥੇ ਪੇਂਡੂ ਕਿਸਾਨਾਂ ਵਿੱਚੋਂ ਥੋੜ੍ਹੇ ਜਿਹਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸਨ। ਪਹਿਲਾਂ ਪਹਿਲ ਅਮਰੀਕਾ ਨਾਲੋਂ ਕੈਨੇਡਾ ਵਿੱਚ ਵੱਧ ਆਵਾਸੀ ਪਹੁੰਚੇ। ਉੱਥੇ ਉਹ ਮੁੱਖ ਤੌਰ 'ਤੇ ਲੱਕੜੀ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਦੇ ਸਨ। ਵੈਨਕੂਵਰ ਸਿੱਖ ਆਵਾਸੀਆਂ ਦਾ ਮੁੱਖ ਅੱਡਾ ਬਣ ਗਿਆ ਸੀ। ਇਸ ਤੋਂ ਇਲਾਵਾ ਵਿਕਟੋਰੀਆ ਤੇ ਐਬਸਫੋਰਡ ਵਿੱਚ ਵੀ ਉਹਨਾਂ ਦੀ ਕਾਫੀ ਵਸੋਂ ਹੋ ਗਈ ਸੀ। ਅਮਰੀਕਾ ਦੇ ਕੈਨੇਡਾ ਦੀ ਸਰਹੱਦ ਨਾਲ ਲੱਗਵੇਂ ਇਲਾਕਿਆਂ ਸਿਆਟਲ, ਵਾਸ਼ਿੰਗਟਨ ਸਟੇਟ ਤੇ ਓਰੇਗਨ ਸਟੇਟ ਵਿੱਚ ਵੀ ਚੋਖੀ ਗਿਣਤੀ ਵਿੱਚ ਭਾਰਤੀ ਆਵਾਸੀ ਪਹੁੰਚ ਗਏ ਸਨ। ਉੱਥੇ ਵੀ ਉਹ ਮੁੱਖ ਤੌਰ 'ਤੇ ਲੱਕੜੀ ਦੀਆਂ ਮਿੱਲਾਂ ਜਾਂ ਰੇਲਵੇ ਲਾਈਨਾਂ ਦੀ ਵਿਛਾਈ ਦੇ ਕੰਮ ਵਿੱਚ ਲੱਗੇ ਹੋਏ ਸਨ। ਇਸ ਤੋਂ ਇਲਾਵਾ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਵੀ ਸਿੱਖ ਆਵਾਸੀਆਂ ਦੀ ਤਕੜੀ ਸੰਖਿਆ ਸੀ, ਜਿੱਥੇ ਉਹ ਜ਼ਿਆਦਾਤਰ ਖੇਤੀ ਦਾ ਕੰਮ ਕਰਦੇ ਸਨ। ਬਹੁਤੇ ਮਜ਼ਦੂਰੀ ਕਰਦੇ ਸਨ, ਜਦ ਕਿ ਕੁਝ ਕੁ ਠੇਕੇ ਤੇ ਫਾਰਮ ਲੈ ਕੇ ਆਪਣੀ ਖੇਤੀ ਕਰਦੇ ਸਨ। ਬੇਗਾਨੀ ਧਰਤੀ ਉੱਤੇ ਆਪਣੇ ਪੈਰ ਜਮਾਉਣ ਲਈ ਹਿੰਦੁਸਤਾਨੀ ਆਵਾਸੀਆਂ ਨੂੰ ਭਾਰੀ ਮੁਸ਼ਕਲਾਂ, ਦੋਨੋਂ ਜਿਸਮਾਨੀ ਤੇ ਮਾਨਸਿਕ, ਵਿੱਚੋਂ ਗੁਜ਼ਰਨਾ ਪਿਆ। ਸਭ ਤੋਂ ਵੱਡੀ ਤੰਗੀ ਨਸਲੀ ਵਿਤਕਰਾ ਸੀ। ਉਸ ਵੇਲੇ ਅਮਰੀਕਾ ਕੈਨੇਡਾ ਅੰਦਰ ਨਸਲ ਪ੍ਰਸਤੀ ਦਾ ਬੋਲਬਾਲਾ ਸੀ। ਗੋਰੀ ਨਸਲ ਦੇ ਲੋਕ ਆਪਣੇ ਆਪ ਨੂੰ ਸਾਰਿਆਂ ਨਾਲੋਂ ਉੱਤਮ ਤੇ ਦੂਸਰੀਆਂ ਨਸਲਾਂ ਦੇ ਲੋਕਾਂ ਨੂੰ ਹੀਣੇ ਤੇ ਘਟੀਆ ਸਮਝਦੇ ਸਨ। ਇਸ ਨਸਲਵਾਦੀ ਸੋਚ ਕਰਕੇ ਉਹ ਹਿੰਦੁਸਤਾਨੀਆਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ। ਗੋਰੇ ਮਾਲਕ ਹਿੰਦੁਸਤਾਨੀਆਂ ਨੂੰ ਕੰਮ ਦੇਣ ਤੋਂ ਨੱਕ ਬੁੱਲ ਚੜਾਉਂਦੇ ਸਨ। ਗੋਰੇ ਮਜ਼ਦੂਰ ਹਿੰਦੁਸਤਾਨੀ ਮਜ਼ਦੂਰਾਂ ਨਾਲ ਦੁਰਵਿਹਾਰ ਕਰਦੇ ਤੇ ਇਕੱਠੇ ਹੋ ਕੇ ਉਹਨਾਂ ਦੀ ਕੁੱਟਮਾਰ ਕਰਨ ਤੱਕ ਜਾਂਦੇ ਸਨ। ਪਬਲਿਕ ਥਾਵਾਂ ਉੱਤੇ ਹਿੰਦੁਸਤਾਨੀਆਂ ਨੂੰ ਗੋਰਿਆਂ ਦੇ ਬਰਾਬਰ ਵਿਚਰਨ ਦਾ ਹੱਕ ਨਹੀਂ ਸੀ ਅਤੇ ਉਹਨਾਂ ਨੂੰ ਪੈਰ ਪੈਰ ਤੇ ਜਲੀਲ ਕਰਕੇ ਹੀਣੇ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਸੀ। ਗਦਰੀ ਬਾਬਿਆਂ ਨੇ ਆਪਣੇ ਸਵੈ ਕਥਨਾਂ ਅੰਦਰ ਇਸ ਬਾਰੇ ਆਪਣੇ ਕੁਝ ਕੁ ਤਲਖ ਤਜਰਬਿਆਂ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਕੀਤਾ ਹੈ। ਗਦਰੀ ਬਾਬਾ ਹਰਜਾਪ ਸਿੰਘ ਜੀ ਲਿਖਦੇ ਹਨ, ਅਮਰੀਕਾ ਵਿੱਚ ਰੇਲ ਗੱਡੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਹੋਈਆਂ ਹੁੰਦੀਆਂ ਹਨ। ਇੱਕ ਉਹ ਜਿਨ੍ਹਾਂ ਵਿੱਚ ਤੰਬਾਕੂ ਪੀਣ ਵਾਲੇ ਬਹਿੰਦੇ ਹਨ ਤੇ ਦੂਜੇ ਡੱਬੇ ਦੂਸਰੇ ਸੱਜਣਾ ਵਾਸਤੇ ਹੁੰਦੇ ਹਨ। ਇਹ ਗੱਲ ਹਰ ਇੱਕ ਆਦਮੀ ਜਾਣਦਾ ਹੈ ਕਿ ਤੰਬਾਕੂ ਨਾ ਪੀਣ ਵਾਲੇ ਸੱਜਣ ਨੂੰ ਜੇ ਇਸ ਦੇ ਸੇਵਨ ਕਰਨ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਜਾਵੇ ਤਾਂ ਉਸ ਦਾ ਦਮ ਘੁੱਟਣ ਲੱਗ ਪੈਂਦਾ ਹੈ। ਪਰ ਸਿੱਖਾਂ ਲਈ, ਜੋ ਤੰਬਾਕੂ ਨੂੰ ਮਜ਼ਹਬੀ ਤੌਰ 'ਤੇ ਹਰਾਮ ਸਮਝਦੇ ਹਨ, ਅਜਿਹੇ ਕਮਰਿਆਂ ਵਿੱਚ ਬੈਠਣਾ ਤਾਂ ਨਰਕ ਦੇ ਬਰਾਬਰ ਹੋ ਜਾਂਦਾ ਹੈ। ਪਰ ਸਾਡੀ ਬਦਕਿਸਮਤੀ ਕਿ ਰੇਲ ਦੇ ਹਾਕਮਾਂ ਵੱਲੋਂ ਸਾਨੂੰ ਉਹਨਾਂ ਡੱਬਿਆਂ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਸਾਰੀ ਕਾਰਵਾਈ ਰੰਗ ਤੇ ਨਸਲ ਦਾ ਭੇਦ ਕਰਕੇ ਕੀਤੀ ਜਾਂਦੀ ਸੀ। ਜਮਹੂਰੀਅਤ ਪਸੰਦ ਅਮਰੀਕਨ ਗੋਰੇ ਸਾਡੇ ਕਾਲੇ ਰੰਗ ਵਾਲਿਆਂ ਨਾਲ ਨਫ਼ਰਤ ਕਰਦੇ ਸਨ। ਸਿੱਖਾਂ ਨੇ ਅਜਿਹੇ ਡੱਬਿਆਂ ਵਿੱਚ ਸਫ਼ਰ ਕਰਨ ਲਈ ਆਪਣੀਆਂ ਮੁਸ਼ਕਲਾਂ ਦੀ ਸ਼ਿਕਾਇਤ ਕਈ ਵਾਰ ਕੀਤੀ, ਪਰ ਕਿਸੇ ਨੇ ਕੁਝ ਨਾ ਸੁਣਿਆ। ਕਈ ਵਾਰ ਝਗੜੇ ਵੀ ਹੋਏ, ਤੂੰ ਮੈਂ ਤੱਕ ਵੀ ਗੱਲ ਪੁੱਜ ਜਾਂਦੀ। ਕਈ ਵਾਰ ਤਾਂ ਕੇਵਲ ਆਮ ਡੱਬਿਆਂ ਵਿੱਚ ਬੈਠਣ ਤੋਂ ਸਾਡੇ ਭਰਾਵਾਂ ਨੂੰ ਰੋਕਿਆ ਹੀ ਜਾਂਦਾ, ਸਗੋਂ ਘਣੇ ਜੰਗਲਾਂ ਵਿੱਚ ਗੱਡੀ ਨੂੰ ਰੋਕ ਕੇ ਜ਼ਬਰਦਸਤੀ ਧੱਕੇ ਮਾਰ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਇਹ ਘਟਨਾ ਇੱਕ ਵਾਰ ਭਾਈ ਰਤਨ ਸਿੰਘ ਦੀ ਸਾਬਕਾ ਪ੍ਰਧਾਨ ਗਦਰ ਪਾਰਟੀ ਨਾਲ ਵੀ ਵਾਪਰੀ। ਉਹ ਪ੍ਰੈਜ਼ਵਿਲ ਤੋਂ ਕਲੂਸਾ ਨੂੰ ਜਾਣ ਵਾਲੀ ਬ੍ਰਾਂਚ ਲਾਈਨ ਦੇ ਇੱਕ ਡੱਬੇ ਵਿੱਚ ਸਫ਼ਰ ਕਰ ਰਹੇ ਸਨ। ਇੱਕ ਰੇਲਵੇ ਅਫਸਰ ਨੇ ਇਸ ਉੱਤੇ ਇਤਰਾਜ਼ ਕੀਤਾ। ਭਾਈ ਰਤਨ ਸਿੰਘ ਜੀ ਨੇ ਆਪਣੇ ਧਾਰਮਿਕ ਨਿਸ਼ਚੇ ਨੂੰ ਚੰਗੀ ਤਰ੍ਹਾਂ ਪ੍ਰਗਟ ਵੀ ਕੀਤਾ ਤੇ ਉਸੇ ਕਮਰੇ ਵਿੱਚ ਬੈਠਣ ਲਈ ਜ਼ਿੱਦ ਕੀਤੀ।
ਜਿਸ ਤੇ ਉਥੋਂ ਹੀ ਗੱਡੀ ਖੜੀ ਕਰਕੇ ਕੁਝ ਗੋਰਿਆਂ ਦੀ ਸਹਾਇਤਾ ਨਾਲ ਜ਼ਬਰਦਸਤੀ ਗੱਡੀ ਤੋਂ ਉਤਾਰ ਦਿੱਤਾ ਗਿਆ। ਆਪ ਨੇ ਉਸ ਰੇਲਵੇ ਅਫਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਉਦਮ ਵੀ ਕੀਤਾ, ਪਰ ਕੋਈ ਗਵਾਹ ਨਾ ਮਿਲਣ ਕਰਕੇ ਸਾਰਾ ਮਾਮਲਾ ਉੱਥੇ ਦਾ ਉੱਥੇ ਰਹਿ ਗਿਆ। ਇਸੇ ਤਰ੍ਹਾਂ ਈਸਾਈਆਂ ਦੇ ਦਸਤੂਰ ਮੁਤਾਬਕ ਅਮਰੀਕਾ ਸਮੇਤ ਯੂਰਪੀ ਮੁਲਕਾਂ ਵਿੱਚ ਅਦਾਲਤਾਂ ਦੇ ਅੰਦਰ ਸਤਿਕਾਰ ਵਜੋਂ ਟੋਪੀ ਉਤਾਰ ਕੇ ਬੈਠਣ ਦਾ ਰਿਵਾਜ ਹੈ। ਇਸ ਮੁਤਾਬਕ ਪਹਿਲੇ ਸਮਿਆਂ ਵਿੱਚ ਅਮਰੀਕਾ ਅੰਦਰ ਹਿੰਦੁਸਤਾਨੀਆਂ ਨੂੰ ਅਦਾਲਤਾਂ ਅੰਦਰ ਪਗੜੀ ਉਤਾਰ ਕੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਬਾਬਾ ਹਰਜਾਬ ਸਿੰਘ ਜੀ ਦੇ ਮੁਤਾਬਕ ਆਮ ਹਿੰਦੁਸਤਾਨੀ ਤਾਂ ਇਸ ਨੂੰ ਸ਼ਾਇਦ ਸਾਧਾਰਨ ਬੇਇੱਜ਼ਤੀ ਹੀ ਖਿਆਲ ਕਰੇ, ਪਰ ਸਿੱਖਾਂ ਲਈ ਸਿਰ ਉੱਤੇ ਦਸਤਾਰ ਰੱਖਣੀ ਓਨੀ ਹੀ ਪਵਿੱਤਰ ਹੈ ਜਿੰਨਾ ਯੂਰਪੀ ਲੋਕਾਂ ਲਈ ਅਦਾਲਤਾਂ ਦਾ ਸਤਿਕਾਰ। ਕਈ ਵੇਰ ਇਸ ਰਸਮ ਦੇ ਵਿਰੁੱਧ ਹਿੰਦੁਸਤਾਨੀਆਂ ਨੇ ਸਖਤ ਰੋਸ ਕੀਤਾ ਤੇ ਜੱਜਾਂ ਨੂੰ ਆਪਣਾ ਪੱਖ ਸਮਝਾਉਣ ਦੇ ਯਤਨ ਵੀ ਕੀਤੇ। ਕਿਤੇ ਕਿਤੇ ਕੋਈ ਚੰਗਾ ਜੱਜ ਹਿੰਦੁਸਤਾਨੀਆਂ ਦੀ ਇਸ ਮੰਗ ਨੂੰ ਮੰਨ ਜਾਂਦਾ ਸੀ, ਪਰ ਬਹੁਤੀ ਵਾਰ ਉਹਨਾਂ ਨੂੰ ਪਗੜੀ ਲਾਉਣ ਲਈ ਮਜਬੂਰ ਕੀਤਾ ਜਾਂਦਾ। ਜਦ ਕੋਈ ਹਿੰਦੁਸਤਾਨੀ ਪਗੜੀ ਲਾਉਣੀ ਨਾ ਮੰਨਦਾ ਤਾਂ ਪੁਲਿਸ ਜ਼ਬਰਦਸਤੀ ਅਜਿਹਾ ਕਰ ਦਿੰਦੀ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਅੰਦਰ ਹਿੰਦੁਸਤਾਨੀਆਂ ਨਾਲ ਅਮਰੀਕਾ ਅੰਦਰ ਹੁੰਦੇ ਨਸਲੀ ਭੇਦ ਭਾਵ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਹਨ। ਉਹਨਾਂ ਲਿਖਿਆ ਹੈ, ਅਕੇਰਾ ਇੱਕ ਹਿੰਦੁਸਤਾਨੀ ਜੈਂਟਲਮੈਨ, ਇਹ ਹਿੰਦੁਸਤਾਨੀ ਜੈਂਟਲਮੈਨ ਪ੍ਰੋਫੈਸਰ ਤੇਜਾ ਸਿੰਘ ਜੀ ਸਨ, ਮੈਨੂੰ ਮਿਨਾਰ ਕਮਿਲ ਵਿੱਚ ਮਿਲਣ ਆਏ। ਮੈਂ ਉਹਨਾਂ ਨੂੰ ਪੋਰਟਲੈਂਡ ਸ਼ਹਿਰ ਦਿਖਾਉਣ ਨਾਲ ਲੈ ਗਿਆ। ਉੱਥੇ ਸਾਨੂੰ ਫਿਰਦਿਆਂ ਤੁਰਦਿਆਂ ਦੁਪਹਿਰਾ ਹੋ ਗਿਆ ਤੇ ਪ੍ਰਸ਼ਾਦਾ ਛਕਣ ਦਾ ਵੇਲਾ ਪੁੱਗ ਗਿਆ। ਅਸੀਂ ਦੋਵੇਂ ਪ੍ਰਸ਼ਾਦਾ ਛਕਣ ਲਈ ਇੱਕ ਅਮਰੀਕਨ ਹੋਟਲ ਵਿੱਚ ਜਾ ਬੈਠੇ। ਜਦੋਂ ਸਾਨੂੰ ਬੈਠਿਆਂ ਢੇਰ ਚਿਰ ਹੋ ਗਿਆ ਪਰ ਹੋਟਲ ਦਾ ਕੋਈ ਸੇਵਾਦਾਰ ਸਾਡੇ ਪਾਸ ਨਾ ਆਇਆ ਤਾਂ ਅਸੀਂ ਇੱਕ ਨੌਕਰ ਨੂੰ ਸੱਦ ਕੇ ਖਾਣਾ ਲਿਆਉਣ ਲਈ ਆਖਿਆ। ਉਹ ਸੁਣ ਕੇ ਪਿਛਲੇ ਪੈਰੀਂ ਮੁੜ ਗਿਆ ਤੇ ਥੋੜੇ ਚਿਰ ਪਿੱਛੋਂ ਆ ਕੇ ਆਖਣ ਲੱਗਾ ਕਿ ਹੋਟਲ ਦਾ ਮੈਨੇਜਰ ਕਹਿੰਦਾ ਏ ਆਪ ਲੋਕ ਇੱਥੇ ਅੰਨ ਪਾਣੀ ਨਹੀਂ ਛਕ ਸਕਦੇ, ਆਪ ਨੂੰ ਇੱਥੇ ਪ੍ਰਸ਼ਾਦਾ ਛਕਣ ਦੀ ਆਗਿਆ ਦੇਵਾਂਗਾ ਤਾਂ ਸਾਰੇ ਗੋਰੇ ਮੇਰੇ ਹੋਟਲ ਦਾ ਬਾਈਕਾਟ ਕਰ ਦੇਣਗੇ। ਇਹ ਸੁਣ ਕੇ ਅਸੀਂ ਉੱਥੋਂ ਨਿਕਲ ਆਏ ਤੇ ਇੱਕ ਜਾਪਾਨੀ ਹੋਟਲ ਵਿੱਚ ਪ੍ਰਸ਼ਾਦਾ ਛਕਿਆ। ਬਾਬਾ ਭਕਨਾ ਵੱਲੋਂ ਆਪਣੇ ਸਿੱਖ ਭਰਾਵਾਂ ਨਾਲ ਰਲ ਕੇ ਵਪਾਰ ਕਰਨ ਦੀ ਕੀਤੀ ਗਈ ਕੋਸ਼ਿਸ਼ ਦਾ ਅਮਰੀਕੀ ਕੰਪਨੀਆਂ ਨੇ ਜੋ ਹਸ਼ਰ ਕੀਤਾ, ਉਸ ਦਾ ਦੁਖੀ ਲਹਿਜੇ ਵਿੱਚ ਵਰਣਨ ਕਰਦਿਆਂ ਬਾਬਾ ਜੀ ਨੇ ਇਹ ਨਿਚੋੜ ਕੱਢਿਆ, ਅਮਰੀਕਨ ਕੰਪਨੀਆਂ ਸਾਡੇ ਵਪਾਰ ਨੂੰ ਸਹਾਰ ਨਹੀਂ ਸਨ ਸਕਦੀਆਂ। ਉਹ ਨਹੀਂ ਸਨ ਚਾਹੁੰਦੀਆਂ ਕਿ ਹਿੰਦੁਸਤਾਨੀ ਵੀ ਆਪਣਾ ਵਪਾਰ ਅਮਰੀਕਾ ਵਿੱਚ ਫੈਲਾ ਸਕਣ। ਅੰਤ ਵਿੱਚ ਆਪਣੀ ਗੁਲਾਮੀ ਉੱਤੇ ਚਾਰ ਅੱਥਰੂ ਕੇਰਦਿਆਂ ਹੋਇਆਂ ਅਸੀਂ ਆਪਣੀ ਕੰਪਨੀ ਤੋੜ ਦਿੱਤੀ। ਇਸ ਠੋਕਰ ਦਾ ਮੇਰੇ ਦਿਲ ਪਰ ਬਹੁਤ ਡੂੰਘਾ ਅਸਰ ਹੋਇਆ ਤੇ ਮੈਂ ਚੰਗੀ ਤਰ੍ਹਾਂ ਸਮਝ ਗਿਆ ਭਈ ਗੁਲਾਮ ਕੌਮਾਂ ਲਿਆਕਤ ਰੱਖਦੀਆਂ ਹੋਈਆਂ ਵੀ ਸੰਸਾਰ ਵਿੱਚ ਵਪਾਰ ਆਦਿਕ ਕੁਝ ਨਹੀਂ ਕਰ ਸਕਦੀਆਂ। ਅੱਜ ਕੱਲ੍ਹ ਉਹ ਕੌਮਾਂ ਦੁਨੀਆ ਵਿੱਚ ਵਪਾਰ ਕਰ ਸਕਦੀਆਂ ਹਨ ਜੋ ਇੱਟ ਦਾ ਜਵਾਬ ਪੱਥਰ ਦੇਣ ਦੀ ਸਮਰੱਥਾ ਰੱਖਦੀਆਂ ਹਨ। ਵਪਾਰ ਵਾਂਗੂ ਹੀ ਖੇਤੀ ਵਿੱਚ ਵੀ ਹਿੰਦੁਸਤਾਨੀਆਂ ਨਾਲ ਸਰੀਹਣ ਭੇਦ ਭਾਵ ਵਰਤਿਆ ਗਿਆ। ਬਾਬਾ ਸੋਹਣ ਸਿੰਘ ਭਕਨਾ ਨੇ ਇਸ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਹੈ, ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਰੁਪਏ ਜੋੜ ਕੇ ਓਰੇਗਨ, ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿਕ ਰਿਆਸਤਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿੱਚ ਕਿਰਸਾਨਾਂ ਦੀਆਂ ਛੋਟੀਆਂ-ਛੋਟੀਆਂ ਕੰਪਨੀਆਂ ਬਣਾ ਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸ ਨੇ ਇੱਕ ਕਾਨੂੰਨ ਬਣਾ ਦਿੱਤਾ, ਜਿਸ ਅਨੁਸਾਰ ਕੋਈ ਏਸ਼ੀਆਈ ਪੂਰਬੀ ਅਮਰੀਕਾ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਸੀ ਤੇ ਨਾ ਹੀ ਅਮਰੀਕਾ ਦਾ ਵਸਨੀਕ ਬਣ ਸਕਦਾ ਸੀ। ਇਹ ਕਾਨੂੰਨ ਜਾਪਾਨੀਆਂ ਤੇ ਹਿੰਦੁਸਤਾਨੀਆਂ ਦੀ ਅਮਰੀਕਾ ਵਿੱਚ ਵੱਧ ਰਹੀ ਉਨਤੀ ਨੂੰ ਰੋਕਣ ਲਈ ਘੜਿਆ ਗਿਆ ਸੀ। ਖੈਰ, ਜਾਪਾਨ ਆਜ਼ਾਦ ਮੁਲਕ ਹੋਣ ਕਰਕੇ ਉੱਤੇ ਇਸ ਦਾ ਤਾਂ ਕੀ ਅਸਰ ਹੋਣਾ ਸੀ, ਪਰ ਇਸ ਕਾਨੂੰਨ ਨੇ ਗੁਲਾਮ ਹਿੰਦੀਆਂ ਦੀ ਉਨਤੀ ਦਾ ਬੂਹਾ ਉੱਕਾ ਹੀ ਬੰਦ ਕਰ ਦਿੱਤਾ। ਹੁਣ ਉਹ ਮਜ਼ਦੂਰੀ ਤੋਂ ਬਿਨਾਂ ਹੋਰ ਕੋਈ ਸੁਤੰਤਰ ਕੰਮ ਨਹੀਂ ਸਨ ਕਰ ਸਕਦੇ, ਇੱਥੋਂ ਤੱਕ ਕਿ ਆਪਣੀ ਜ਼ਮੀਨ ਖਰੀਦ ਕੇ ਵਾਹੀ ਆਦਿਕ ਦਾ ਕੰਮ ਕਰਨ ਵੱਲੋਂ ਵੀ ਹੱਥਲ ਕਰਕੇ ਬਹਾ ਦਿੱਤੇ। ਵਪਾਰ ਤੇ ਵਾਹੀ ਤੋਂ ਛੁੱਟ ਹੁਣ ਸਾਡੀ ਮਜ਼ਦੂਰੀ ਵੀ ਅਮਰੀਕਨਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉੱਥੋਂ ਦਾ ਮਜ਼ਦੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ।
1908 ਦੇ ਅਖੀਰ ਵਿੱਚ 2 ਲੱਕੜੀ ਦੇ ਕਾਰਖਾਨਿਆਂ ਵਿੱਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ-ਮਾਰ ਕੇ ਕੱਢ ਦਿੱਤਾ। ਇਹਨਾਂ ਕਾਰਖਾਨਿਆਂ ਦੇ ਨਾਮ ਅਲਬਰਟ ਤੇ ਵਿਲੀਅਮ ਸਨ। ਇਸ ਤੋਂ ਛੁੱਟ ਰੇਲ ਗੱਡੀਆਂ, ਟ੍ਰੇਨਵੇਆਂ, ਹੋਟਲਾਂ, ਸੜਕਾਂ ਤੇ ਥੀਏਟਰਾਂ ਵਿੱਚ ਹੁਣ ਅਮਰੀਕਨ ਹਿੰਦੁਸਤਾਨੀਆਂ ਤੋਂ ਖੁੱਲ੍ਹੀ ਘਿਰਣਾ ਕਰਨ ਲੱਗ ਪਏ। ਨਸਲੀ ਵਿਤਕਰੇ ਦੀ ਸਮੱਸਿਆ ਦਾ ਵਰਗ ਵਿਸ਼ੇਸ਼ ਖਾਸਾ। ਰਾਸ਼ਟਰਵਾਦੀ ਬਿਰਤਾਂਤ ਅੰਦਰ ਨਸਲੀ ਵਿਤਕਰੇ ਨੂੰ ਸਾਰੇ ਭਾਰਤੀ ਆਵਾਸੀਆਂ ਦੀ ਸਾਂਝੀ ਸਮੱਸਿਆ ਵਜੋਂ ਪੇਸ਼ ਕੀਤਾ ਗਿਆ। ਇਹ ਕਿਹਾ ਗਿਆ ਹੈ ਕਿ ਇਸ ਨੇ ਸਾਰੇ ਭਾਰਤੀ ਆਵਾਸੀਆਂ ਨੂੰ ਇੱਕੋ ਤਰ੍ਹਾਂ ਪ੍ਰਭਾਵਿਤ ਕੀਤਾ, ਪਰੰਤੂ ਹਕੀਕਤ ਵਿੱਚ ਨਸਲੀ ਵਿਤਕਰੇ ਦਾ ਅਲੱਗ-ਅਲੱਗ ਵਰਗਾਂ ਉੱਤੇ ਵੱਖ-ਵੱਖ ਪ੍ਰਭਾਵ ਪਿਆ ਅਤੇ ਉਹਨਾਂ ਨੇ ਇਸ ਵਿਰੁੱਧ ਆਪੋ ਆਪਣੀ ਵਿਸ਼ੇਸ਼ਤਾ ਮੁਤਾਬਕ ਪ੍ਰਤੀਕਰਮ ਪ੍ਰਗਟਾਇਆ। ਸਿੱਖਾਂ ਨੂੰ ਆਪਣੇ ਨਵੇਕਲੇ ਸਰੂਪ ਕਰਕੇ ਦੂਸਰੇ ਧਰਮਾਂ ਦੇ ਹਿੰਦੁਸਤਾਨੀ ਆਵਾਸੀਆਂ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਿੰਦੂਆਂ ਤੇ ਮੁਸਲਮਾਨਾਂ ਨਾਲ ਜਿਹੜਾ ਵਿਤਕਰਾ ਹੁੰਦਾ ਸੀ ਉਸ ਦਾ ਆਧਾਰ ਨਸਲੀ ਸੀ। ਉਹਨਾਂ ਲਈ ਸਰੂਪ ਦੀ ਕੋਈ ਸਮੱਸਿਆ ਨਹੀਂ ਸੀ। ਉਹਨਾਂ ਨੂੰ ਈਸਾਈ ਦਸਤੂਰ ਮੁਤਾਬਕ ਅਦਾਲਤਾਂ ਅੰਦਰ ਨੰਗੇ ਸਿਰ ਬੈਠਣ ਵਿੱਚ ਕੋਈ ਮਾਨਸਿਕ ਔਕੜ ਨਹੀਂ ਆਉਂਦੀ ਸੀ। ਇਸੇ ਤਰ੍ਹਾਂ ਉਹਨਾਂ ਨੂੰ ਰੇਲ ਗੱਡੀਆਂ ਅੰਦਰ ਤੰਬਾਕੂ ਪੀਣ ਵਾਲੇ ਲੋਕਾਂ ਨਾਲ ਬੈਠਣ ਵਿੱਚ ਵੀ ਓਨੀ ਤੰਗੀ ਨਹੀਂ ਸੀ ਹੁੰਦੀ ਜਿੰਨੀ ਸਿੱਖਾਂ ਨੂੰ ਹੁੰਦੀ ਸੀ। ਮਿੱਲਾਂ ਅੰਦਰ ਕੰਮ ਦੇਣ ਵੇਲੇ ਸਿੱਖਾਂ ਉੱਤੇ ਪਗੜੀਆਂ ਉਤਾਰ ਕੇ ਟੋਪੀਆਂ ਪਾਉਣ ਦੀ ਸ਼ਰਤ ਮੜੀ ਜਾਂਦੀ ਸੀ। 1907 ਵਿੱਚ ਵੈਨਕੂਵਰ ਤੋਂ ਕੁਝ ਸਿੰਘ ਕੰਮ ਦੀ ਭਾਲ ਵਿੱਚ ਸਰਹੱਦ ਨੇੜਲੇ ਅਮਰੀਕਾ ਦੇ ਸ਼ਹਿਰਾਂ ਕਸਬਿਆਂ ਵਿੱਚ ਜਾ ਪਹੁੰਚੇ। ਉਹਨਾਂ ਨੂੰ ਉੱਥੇ ਕੰਮ ਤਾਂ ਮਿਲ ਗਿਆ, ਪਰ ਮਾਲਕਾਂ ਨੇ ਸਿਰ ਉੱਤੇ ਪਗੜੀ ਦੀ ਬਜਾਏ ਟੋਪੀ ਪਹਿਨ ਕੇ ਕੰਮ ਕਰਨ ਦੀ ਸ਼ਰਤ ਲਾ ਦਿੱਤੀ ਸੀ। ਜਿਹੜੇ ਸਿੱਖ ਧਰਮ ਵਿੱਚ ਬਹੁਤੇ ਪਰਪੱਕ ਨਹੀਂ ਸਨ, ਉਹਨਾਂ ਅੰਦਰ ਰੁਜ਼ਗਾਰ ਦੇ ਲਾਲਚ ਵਿੱਚ ਸਿੱਖੀ ਸਰੂਪ ਦਾ ਤਿਆਗ ਕਰਨ ਦਾ ਰੁਝਾਨ ਪੈਦਾ ਹੋ ਗਿਆ ਸੀ। ਉਹ ਇੱਕ ਦੂਜੇ ਦੀ ਦੇਖਾ ਦੇਖੀ ਪਗੜੀਆਂ ਉਤਾਰ ਕੇ ਟੋਪੀਆਂ ਪਹਿਨਣ ਲੱਗ ਪਏ ਸਨ। ਸਿੱਖੀ ਸਰੂਪ ਨੂੰ ਕੈਰੀ ਨਜ਼ਰ ਦੇਖਣ ਵਾਲੇ ਕੈਨੇਡਾ ਅੰਦਰਲੇ ਕੁਝ ਆਰੀਆ ਸਮਾਜੀ ਤੱਤਾਂ ਨੇ ਇਸ ਸਥਿਤੀ ਦਾ ਫਾਇਦਾ ਲੈਂਦਿਆਂ ਹੋਇਆਂ ਸਿੱਖਾਂ ਅੰਦਰ ਪਤਿਤ ਹੋਣ ਦੀ ਰੁਚੀ ਨੂੰ ਵਿੰਗੇ ਟੇਢੇ ਢੰਗਾਂ ਨਾਲ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਵੈਨਕੂਵਰ ਦੇ ਨਜ਼ਦੀਕ ਮਿਲ ਸਾਈਡ ਕਾਰਖਾਨੇ ਦੇ ਉਦੇ ਰਾਮ ਨਾਮ ਦੇ ਇੱਕ ਬ੍ਰਾਹਮਣ ਅਫਸਰ ਨੇ ਸਿੰਘਾਂ ਦੀਆਂ ਪਗੜੀਆਂ ਉਤਾਰ ਕੇ ਟੋਪੀਆਂ ਪਵਾਉਣ ਦੀ ਚਾਲ ਚੱਲੀ, ਪਰ ਸਿੰਘਾਂ ਨੇ ਜਥੇਬੰਦ ਹੋ ਕੇ ਵਿਰੋਧ ਕੀਤਾ ਅਤੇ ਪੰਡਤ ਦੀ ਇਹ ਚਾਲ ਨਾਕਾਮ ਕਰ ਦਿੱਤੀ ਸੀ। ਇਸ ਤਰੀਕੇ ਨਾਲ ਹਿੰਦੂਆਂ ਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਸਿੱਖਾਂ ਦੇ ਸਾਹਮਣੇ ਨਸਲੀ ਵਿਤਕਰੇ ਤੋਂ ਛੁੱਟ ਆਪਣੇ ਨਿਆਰੇ ਸਰੂਪ ਨੂੰ ਬਚਾਉਣ ਅਰਥਾਤ ਆਪਣੀ ਧਾਰਮਿਕ ਰਹਿਤ ਮਰਜ਼ਾਦਾ ਦੀ ਪਾਲਣਾ ਤੇ ਰੱਖਿਆ ਕਰਨ ਦੀ ਵਾਧੂ ਸਮੱਸਿਆ ਖੜੀ ਹੋ ਗਈ ਸੀ। ਉਹਨਾਂ ਨੇ ਇਸ ਸਮੱਸਿਆ ਦਾ ਟਾਕਰਾ ਆਪਣੇ ਵਿਸ਼ੇਸ਼ ਸੱਭਿਆਚਾਰਕ ਖਾਸੇ ਅਨੁਸਾਰ ਕੀਤਾ। ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਪੱਛਮੀ ਦੇਸ਼ਾਂ ਅੰਦਰ ਸਿੱਖਾਂ ਦੀ ਨਿਆਰੀ ਧਾਰਮਿਕ ਹਸਤੀ ਨੂੰ ਪੇਸ਼ ਆਉਣ ਵਾਲੇ ਖਤਰਿਆਂ ਨੂੰ ਅਗਾਊਂ ਭਾਂਪ ਲਿਆ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਅੰਦਰ ਜੇਕਰ ਧਾਰਮਿਕ ਜਜ਼ਬਾ ਕਮਜ਼ੋਰ ਪੈ ਗਿਆ ਤਾਂ ਉਹ ਪੱਛਮੀ ਸੱਭਿਅਤਾ ਦੇ ਗੁਰਮਤਿ ਵਿਰੋਧੀ ਪ੍ਰਭਾਵਾਂ ਦੇ ਅਸਰਾਂ ਤੋਂ ਮਹਿਫੂਜ਼ ਨਹੀਂ ਰਹਿ ਸਕਣਗੇ। ਉਹਨਾਂ ਅੰਦਰ ਪੱਛਮੀ ਕੌਮਾਂ ਦੇ ਮੁਕਾਬਲੇ ਵਿੱਚ ਆਤਮਹੀਣਤਾ ਦਾ ਭਾਵ ਪੈਦਾ ਹੋ ਜਾਵੇਗਾ, ਜਿਸ ਕਰਕੇ ਉਹਨਾਂ ਅੰਦਰ ਪੱਛਮੀ ਲੋਕਾਂ ਦੀ ਨਕਲ ਕਰਨ ਦੀ ਪ੍ਰਵਿਰਤੀ ਜ਼ੋਰ ਫੜ ਜਾਵੇਗੀ। ਇਸ ਮਨੋਵਿਗਿਆਨਕ ਦਬਾਅ ਹੇਠ ਉਹ ਆਪਣਾ ਨਿਆਰਾ ਸਰੂਪ ਨਹੀਂ ਸੰਭਾਲ ਸਕਣਗੇ। ਉਹ ਆਪਣੇ ਕਕਾਰਾਂ ਦੀ ਰੱਖਿਆ ਨਹੀਂ ਕਰ ਸਕਣਗੇ। ਉਹਨਾਂ ਅੰਦਰ ਮੋਨੇ ਹੋਣ ਦਾ ਰੁਝਾਨ ਪ੍ਰਫੁੱਲਤ ਹੋ ਜਾਵੇਗਾ। ਜਦੋਂ ਸਿੱਖ ਗੁਰੂ ਵੱਲੋਂ ਬਖਸ਼ੇ ਸਰੂਪ ਦਾ ਸਵੈ ਇੱਛਾ ਨਾਲ ਹੀ ਤਿਆਗ ਕਰਨ ਦਾ ਆਤਮਘਾਤੀ ਰਾਹ ਅਖਤਿਆਰ ਕਰ ਲੈਣਗੇ ਤਾਂ ਉਹ ਆਤਮਿਕ ਤੌਰ ਤੇ ਨਿਰਜਿੰਦ ਹੋ ਜਾਣਗੇ। ਉਹ ਗੁਰੂ ਦੀ ਮਿਹਰ ਤੋਂ ਵਾਂਝੇ ਹੋ ਜਾਣਗੇ। ਜਦੋਂ ਸਿੱਖਾਂ ਦਾ ਸਰੂਪ ਨਿਆਰਾ ਨਾ ਰਿਹਾ ਤਾਂ ਉਹਨਾਂ ਦਾ ਅਮਲ ਵੀ ਨਿਆਰਾ ਨਹੀਂ ਰਹਿ ਸਕੇਗਾ। ਉਹ ਭੀੜ ਦਾ ਹਿੱਸਾ ਬਣ ਜਾਣਗੇ। ਸੰਤ ਅਤਰ ਸਿੰਘ ਜੀ ਦੇ ਇਹ ਤੌਖਲੇ ਨਰਮੂਲ ਨਹੀਂ ਸਨ। ਇੰਗਲੈਂਡ ਤੇ ਅਮਰੀਕਾ ਅੰਦਰ ਸਿੱਖ ਸੱਭਿਆਚਾਰ ਤੇ ਮਨੋਵਿਗਿਆਨਕ ਦਬਾਅ ਹੇਠ ਆ ਕੇ ਵੱਡੀ ਸੰਖਿਆ ਵਿੱਚ ਕਕਾਰਾਂ ਦਾ ਤਿਆਗ ਕਰਨ ਲੱਗ ਪਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਖੁਦ ਮੰਨਿਆ ਕਿ ਜਿਵੇਂ ਅੱਧ ਪਚੱਦੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਸਫਾ ਚੱਟ ਹੋ ਜਾਂਦੇ ਹਨ, ਉਸੇ ਤਰ੍ਹਾਂ ਉਹ ਵੀ ਅਮਰੀਕਾ ਪਹੁੰਚਣ ਤੋਂ ਬਾਅਦ ਕੁਸੰਗਤ ਦੇ ਅਸਰ ਹੇਠ ਉਸੇ ਰੰਗ ਵਿੱਚ ਰੰਗੇ ਗਏ ਸਨ। ਪਰ ਛੇਤੀ ਹੀ ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ
ਤੇ ਉਹ 6 ਮਹੀਨਿਆਂ ਬਾਅਦ ਮੁੜ ਸਾਬਤ ਸੂਰਤ ਹੋ ਗਏ ਸਨ। ਇਸੇ ਤਰ੍ਹਾਂ ਭਾਈ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਕੁਸੰਗਤ ਦਾ ਅਸਰ ਕਬੂਲ ਕਰ ਲਿਆ ਸੀ ਅਤੇ ਹੋਰਨਾਂ ਦੇ ਰੀਸੇ ਉਸਨੇ ਵੀ ਕੇਸ ਕਟਵਾ ਦਿੱਤੇ ਸਨ। ਇਸ ਖਤਰੇ ਦੇ ਸਨਮੁਖ ਸੰਤ ਅਤਰ ਸਿੰਘ ਜੀ ਨੂੰ ਇਹ ਆਤਮ ਬੋਧ ਹੋ ਗਿਆ ਸੀ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਹੋਂਦ ਨੂੰ ਸਿਰਫ ਤੇ ਸਿਰਫ ਗੁਰਦੁਆਰੇ ਹੀ ਬਚਾ ਸਕਣਗੇ। ਇਸ ਕਰਕੇ ਜਦੋਂ ਪ੍ਰੋਫੈਸਰ ਤੇਜਾ ਸਿੰਘ ਜੀ ਸੰਤ ਅਤਰ ਸਿੰਘ ਜੀ ਦੇ ਆਦੇਸ਼ ਮੁਤਾਬਕ 1906 ਈਸਵੀ ਵਿੱਚ ਉਚੇਚੀ ਵਿਦਿਆ ਹਾਸਲ ਕਰਨ ਲਈ ਵਿਦੇਸ਼ ਨੂੰ ਰਵਾਨਾ ਹੋਣ ਲੱਗੇ ਤਾਂ ਸੰਤ ਜੀ ਨੇ ਉਹਨਾਂ ਨੂੰ ਇਹ ਉਚੇਚੀ ਹਦਾਇਤ ਕੀਤੀ ਸੀ ਕਿ ਜਿੱਥੇ ਵੀ ਜਾਣਾ ਹੈ ਉੱਥੇ ਜਾ ਕੇ ਸਿੱਖਾਂ ਨੂੰ ਗੁਰਦੁਆਰਾ ਉਸਾਰਨ ਲਈ ਜ਼ਰੂਰ ਪ੍ਰੇਰਿਤ ਕਰਨਾ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਪ੍ਰਦੇਸਾਂ ਵਿੱਚ ਸਿੱਖਾਂ ਦੀ ਹੋਂਦ ਤੇ ਹਸਤੀ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਵਿੱਚ ਗੁਰਦੁਆਰਿਆਂ ਦੀ ਮਹੱਤਤਾ ਜਤਾਉਂਦਿਆਂ ਲਿਖਿਆ ਹੈ, ਕੈਨੇਡਾ ਤੇ ਅਮਰੀਕਾ ਦੇ ਹਿੰਦੀਆਂ ਵਿੱਚ ਲਗਭਗ 100 ਪਿੱਛੇ 90 ਪੰਜਾਬੀ ਸਿੱਖ ਸਨ ਜੋ ਕੁਦਰਤੀ ਤੌਰ ਪਰ ਹੀ ਅਕਸਰ ਦਲੇਰ ਅਤੇ ਬਹਾਦਰ ਹੁੰਦੇ ਹਨ। ਘਾਟਾ ਸਿਰਫ ਇੰਨਾ ਸੀ ਕਿ ਇਹਨਾਂ ਨੂੰ ਜਥੇਬੰਦੀ ਦੀ ਇੱਕ ਲੜੀ ਵਿੱਚ ਪਰੋਣ ਲਈ ਲਾਇਕ ਲੀਡਰ ਨਹੀਂ ਸਨ ਮਿਲਦੇ। ਹੋਰਨਾਂ ਹਿੰਦੁਸਤਾਨੀਆਂ ਦੇ ਮੁਕਾਬਲੇ ਸਿੱਖਾਂ ਅੰਦਰ ਇੱਕ ਬੜੀ ਭਾਰੀ ਸਿਫਤ ਇਹ ਹੈ ਕਿ ਇਸ ਨਿਗਰੀ ਦਸ਼ਾ ਵਿੱਚ ਵੀ ਜਿੱਥੇ ਜਿੱਥੇ ਟਾਪੂਆਂ ਵਿੱਚ ਉਹ ਲੋਕ ਸਿੱਖ ਗਏ ਉੱਥੇ ਹੀ ਉਹਨਾਂ ਨੇ ਸਿੱਖ ਗੁਰਦੁਆਰੇ ਵੀ ਕਾਇਮ ਕਰ ਦਿੱਤੇ। ਰੰਗੂਨ, ਪੀਨਾਗ, ਸਿੰਗਾਪੁਰ, ਹਾਂਗਕਾਂਗ, ਸ਼ੰਘਾਈ, ਕੈਨੇਡਾ, ਅਮਰੀਕਾ ਆਦਿ ਵਿੱਚ ਗੱਲ ਕਿ ਜਿੱਥੇ ਜਿੱਥੇ ਵੀ ਸਿੱਖ ਹਨ ਉੱਥੇ ਉੱਥੇ ਹੀ ਗੁਰਦੁਆਰਿਆਂ ਪੁਰ ਖਾਲਸਾਈ ਝੰਡੇ ਝੂਲ ਰਹੇ ਹਨ। ਇਨ੍ਹਾਂ ਗੁਰਦੁਆਰਿਆਂ ਦਾ ਸਿਰਫ ਸਿੱਖਾਂ ਨੂੰ ਹੀ ਲਾਭ ਨਹੀਂ ਹੈ, ਸਗੋਂ ਹਰ ਹਿੰਦੁਸਤਾਨੀ ਜੋ ਵੀ ਇਨ੍ਹਾਂ ਟਾਪੂਆਂ ਦੀ ਯਾਤਰਾ ਕਰਦਾ ਹੈ ਬਗੈਰ ਕਿਸੇ ਜਾਤ ਪਾਤ ਦੇ ਲਿਹਾਜ਼ ਦੇ ਬਿਨਾਂ ਰੋਕ ਟੋਕ ਉਹਨਾਂ ਗੁਰਦੁਆਰਿਆਂ 'ਚ ਜਾ ਕੇ ਕਈ ਦਿਨ ਤੱਕ ਵਿਸ਼ਰਾਮ ਕਰਦਾ ਹੈ। ਟੱਬਰ ਸਮੇਤ ਪ੍ਰਦੇਸਾਂ ਵਿੱਚ ਜਾਣ ਵਾਲੇ ਲੋਕਾਂ ਲਈ ਤਾਂ ਖਾਸ ਕਰਕੇ ਇਹੋ ਗੁਰਦੁਆਰੇ ਉਹਨਾਂ ਦੀ ਪਾਣ ਪੱਤ ਦੇ ਰਾਖੇ ਹਨ, ਕਿਉਂ ਜੋ ਟੱਬਰਦਾਰ ਮੁਸਾਫਰਾਂ ਨੂੰ ਵੱਖਰਾ ਕਮਰਾ ਮਿਲ ਜਾਂਦਾ ਹੈ ਜਿੱਥੇ ਉਹ ਘਰ ਵਾਂਗੂ ਨਿਸ਼ਚਿੰਤ ਹੋ ਕੇ ਟਿਕ ਸਕਦਾ ਹੈ। ਲੰਗਰ ਆਦਿਕ ਸਜਾਉਣ ਦਾ ਵੀ ਗੁਰਦੁਆਰੇ ਵਿੱਚ ਸੋਹਣਾ ਪ੍ਰਬੰਧ ਹੁੰਦਾ ਹੈ। ਲਾਇਬ੍ਰੇਰੀ ਵੀ ਹਰ ਇੱਕ ਗੁਰਦੁਆਰੇ ਨਾਲ ਅਕਸਰ ਹੁੰਦੀ ਹੈ ਜਿੱਥੋਂ ਮੁਸਾਫਰਾਂ ਨੂੰ ਪੁਸਤਕਾਂ ਤੇ ਅਖਬਾਰ ਪੜ੍ਹਨ ਲਈ ਮਿਲ ਸਕਦੇ ਹਨ। ਮੁਸਾਫਰਾਂ ਨੂੰ ਸੁੱਖ ਪਹੁੰਚਾਉਣ ਤੋਂ ਬਿਨਾਂ ਇਹ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਖਿਆਲਾਂ ਤੇ ਉਹਨਾਂ ਦੇ ਚਾਲ ਚੱਲਣ ਨੂੰ ਵੀ ਬਹੁਤ ਹੱਦ ਤੱਕ ਦਰੁਸਤ ਰੱਖਦੇ ਸਨ। ਜਥੇਬੰਦੀ ਵਿੱਚ ਵੀ ਬਹੁਤ ਸਹਾਈ ਹੁੰਦੇ ਸਨ। ਇਹੋ ਕਾਰਨ ਸੀ ਕਿ ਕੈਨੇਡਾ ਵਿੱਚ ਅਮਰੀਕਨ ਸਿੱਖਾਂ ਨਾਲੋਂ ਪਹਿਲਾਂ ਹੀ ਜਾਗਰਤ ਆ ਗਈ ਸੀ ਤੇ ਜਥੇਬੰਦੀ ਹੋ ਗਈ ਸੀ। ਜਦੋਂ ਸੰਤ ਤੇਜਾ ਸਿੰਘ ਜੀ ਕੈਨੇਡਾ ਪੁੱਜੇ ਸਨ ਉਦੋਂ ਉੱਥੇ ਗੁਰਦੁਆਰਾ ਕਮੇਟੀ ਕਾਇਮ ਸੀ ਤੇ ਉਸ ਵਿੱਚ ਭਾਈ ਭਾਗ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਸੇਵਾ ਕਰ ਰਹੇ ਸਨ, ਜਿਨ੍ਹਾਂ ਦੇ ਸਹਾਰੇ ਸੰਤ ਜੀ ਨੂੰ ਕੰਮ ਕਰਨ ਵਿੱਚ ਸੌਖ ਹੋਇਆ। ਪ੍ਰੋਫੈਸਰ ਤੇਜਾ ਸਿੰਘ ਜੀ ਨੇ 2 ਸਾਲ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਉਚੇਰੀ ਵਿਦਿਆ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਅੱਗੇ ਹੋਰ ਪੜ੍ਹਨ ਲਈ 1908 ਈਸਵੀ ਵਿੱਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿੱਚ ਦਾਖਲਾ ਲੈ ਲਿਆ। ਜਿਵੇਂ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਜ਼ਿਕਰ ਕੀਤਾ ਹੈ, ਪ੍ਰੋਫੈਸਰ ਤੇਜਾ ਸਿੰਘ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਹੀ ਕੈਨੇਡਾ ਦੇ ਸਿੱਖਾਂ ਨੇ ਵੈਨਕੂਵਰ ਵਿਖੇ ਗੁਰਦੁਆਰਾ ਸਾਹਿਬ ਉਸਾਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਵੈਨਕੂਵਰ ਸ਼ਹਿਰ ਵਿੱਚ ਸਿੰਘਾਂ ਨੇ ਇੱਕ ਮਕਾਨ ਕਿਰਾਏ ਉੱਤੇ ਲੈ ਕੇ ਹੀ ਵੇਲਾ ਟਪਾਊ ਗੁਰਦੁਆਰਾ ਸਜਾਇਆ ਹੋਇਆ ਸੀ। ਸਪਤਾਹਿਕ ਜੋੜ ਮੇਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਨਾ ਹੋਣ ਕਰਕੇ 5 ਗ੍ਰੰਥੀ ਪੋਥੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਉਸ ਵੇਲੇ ਵੀ ਸਿੰਘਾਂ ਦੀ ਇੱਕ ਕਮੇਟੀ ਬਣੀ ਹੋਈ ਸੀ ਜੋ ਗੁਰਮਤ ਦਾ ਪ੍ਰਚਾਰ ਕਰਦੀ ਸੀ। ਸਹਿਜਧਾਰੀ ਸਿੱਖਾਂ ਜਾਂ ਹਿੰਦੂਆਂ ਨੂੰ ਸਿਗਰਟ ਪੀਣੋਂ ਤੇ ਹੋਰ ਮਨਮਤਾਂ ਛੁਡਾ ਕੇ ਅਮਰਧਾਰੀ ਸਿੰਘ ਸਜਾਉਂਦੀ ਸੀ। ਜੋ ਦੇਸੋਂ ਸਿੱਖੀ ਤੋਂ ਅਣਜਾਣ ਲੋਕ ਆਉਂਦੇ ਸਨ ਉਹਨਾਂ ਨੂੰ ਇਹ ਕਮੇਟੀ ਪ੍ਰਚਾਰ ਕਰਕੇ ਅੰਮ੍ਰਿਤ ਛਕਾਉਂਦੀ। ਇਸ ਤਰ੍ਹਾਂ ਹਜ਼ਾਰਾਂ ਸਿੰਘ ਸੱਜ ਗਏ। ਇਨ੍ਹਾਂ ਸਿੰਘਾਂ ਨੇ ਹੀ ਪੰਜਾਬ ਵਿੱਚ ਸਿੱਖ ਸਕੂਲਾਂ ਅਤੇ ਧਾਰਮਿਕ ਅਸਥਾਨਾਂ ਨੂੰ ਮਾਇਕ ਸਹਾਇਤਾ ਭੇਜੀ। ਨਵੇਂ ਅਤੇ ਪੁਰਾਣੇ ਅੰਮ੍ਰਿਤਧਾਰੀ ਸਿੰਘ ਗੁਰਦੁਆਰਾ ਬਣਾਉਣ ਲਈ ਮਾਇਆ ਇਕੱਤਰ ਕਰਦੇ ਰਹੇ। ਸਪਤਾਹਿਕ ਦੀਵਾਨਾਂ ਵਿੱਚ ਵੀ ਅਗਰਾਈ ਹੁੰਦੀ ਸੀ। ਗੁਰਮਤ ਦਾ ਪ੍ਰਚਾਰ ਪੂਰੇ ਜ਼ੋਰ ਨਾਲ ਹੁੰਦਾ ਸੀ। ਜ਼ਮੀਨ ਖਰੀਦਣ ਪਿੱਛੋਂ ਕਮੇਟੀ ਨੇ ਹਰ ਹਫ਼ਤੇ ਗੁਰਦੁਆਰੇ ਦੀ ਇਮਾਰਤ ਲਈ ਦੀਵਾਨਾਂ ਵਿੱਚ ਅਤੇ ਦੂਰ ਦੁਰਾਡੇ ਤੁਰ ਫਿਰ ਕੇ ਸਿੰਘਾਂ ਨੂੰ ਪ੍ਰੇਰ ਕੇ ਚੰਦੇ ਲਿਖਣੇ ਉਗਰਾਉਣੇ ਆਰੰਭੇ।
ਥੋੜੇ ਦਿਨਾਂ ਵਿੱਚ ਹੀ ਗੁਰਦੁਆਰਾ ਬਣਾਉਣ ਲਈ ਜ਼ਮੀਨ ਦੀ ਆਪਣੇ ਹੱਥੀਂ ਸਫਾਈ ਕਰਨ ਦਾ ਗੁਰਮਤਾ ਸੋਧਿਆ। ਇਹ ਗੁਰਮਤਾ 22 ਜੁਲਾਈ 1906 ਨੂੰ ਸੋਧਿਆ ਗਿਆ। ਸੇਵਾ ਕਰਨ ਵਾਲੇ ਸਿੰਘਾਂ ਨੇ ਆਪਣੇ ਨਾਮ ਲਿਖਾਏ ਤੇ ਥੋੜੇ ਦਿਨਾਂ ਵਿੱਚ ਹੀ ਗੁਰਦੁਆਰੇ ਵਾਲੀ ਜ਼ਮੀਨ ਦੀ ਸਫਾਈ ਹੋ ਗਈ। 19 ਜਨਵਰੀ 1908 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦਾ ਆਰੰਭ ਧੂਮ ਧੜੱਕੇ ਨਾਲ ਕੀਤਾ ਗਿਆ। ਅਕਤੂਬਰ 1908 ਵਿੱਚ ਪ੍ਰੋਫੈਸਰ ਤੇਜਾ ਸਿੰਘ ਨੂੰ ਵੈਨਕੂਵਰ ਦੀ ਸੰਗਤ ਨੇ ਧਰਮ ਪ੍ਰਚਾਰ ਲਈ ਕੈਨੇਡਾ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਉਹਨਾਂ ਨੇ ਉੱਥੇ ਕੁਝ ਹਫ਼ਤੇ ਰਹਿ ਕੇ ਵੈਨਕੂਵਰ ਤੇ ਇਸ ਦੇ ਆਂਢ ਗੁਆਂਢ ਵਿੱਚ ਧਰਮ ਪ੍ਰਚਾਰ ਕੀਤਾ। ਇਸ ਉਪਰੰਤ ਉਹ ਸਿਆਟਲ, ਪੋਰਟਲੈਂਡ ਤੇ ਸਾਨ ਫਰਾਂਸਿਸਕੋ ਦੇ ਰਸਤੇ ਨਿਊਯਾਰਕ ਵਾਪਸ ਚਲੇ ਗਏ। ਪਰ ਥੋੜੇ ਹੀ ਦਿਨਾਂ ਬਾਅਦ ਉਹਨਾਂ ਨੇ ਫਿਰ ਇੱਕ ਵਿਸ਼ੇਸ਼ ਕਾਰਨ ਕਰਕੇ ਵੈਨਕੂਵਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਵੇਲੇ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਦੀ ਸਲਾਹ ਨਾਲ ਸਿੱਖਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢਣ ਦੀ ਇੱਕ ਖਤਰਨਾਕ ਜੁਗਤ ਬਣਾਈ। ਕੈਨੇਡਾ ਵਿੱਚ ਵਸੇ ਹਿੰਦੁਸਤਾਨੀਆਂ ਨੂੰ ਚੰਗੇ ਭਵਿੱਖ ਦਾ ਲਾਰਾ ਲਾ ਕੇ ਸਵੈ ਇੱਛਾ ਨਾਲ ਬਰਤਾਨਵੀ ਰਾਜ ਹੇਠਲੇ ਹਾਂਡੂਰਸ ਨਾਂ ਦੇ ਟਾਪੂ ਵਿੱਚ ਜਾ ਕੇ ਵਸਣ ਦੀ ਲੁਭਾਉਣੀ ਪੇਸ਼ਕਸ਼ ਕੀਤੀ। ਗੋਰੇ ਹਾਕਮਾਂ ਨੂੰ ਉਮੀਦ ਸੀ ਕਿ ਹਿੰਦੁਸਤਾਨੀ ਹਾਂਡੂਰਸ ਜਾ ਕੇ ਆਪੇ ਭੁੱਖ ਤੇ ਬਿਮਾਰੀ ਨਾਲ ਮਰ ਜਾਣਗੇ ਅਤੇ ਇਸ ਢੰਗ ਨਾਲ ਸੱਪ ਵੀ ਮਰ ਜਾਏਗਾ ਤੇ ਸੋਟੀ ਵੀ ਨਹੀਂ ਟੁੱਟੇਗੀ। ਕੈਨੇਡਾ ਸਰਕਾਰ ਦੀ ਹਿੰਦੁਸਤਾਨੀ ਆਵਾਸੀਆਂ ਬਾਰੇ ਇਹ ਮੰਦ ਭਾਵਨਾ ਇਸ ਨਸਲਵਾਦੀ ਸੋਚ ਦੀ ਉਪਜ ਸੀ ਕਿ ਹਿੰਦੁਸਤਾਨੀ ਆਵਾਸੀਆਂ ਦੀ ਕੈਨੇਡਾ ਅੰਦਰ ਕੋਈ ਮਲਕੀਅਤ ਨਹੀਂ, ਉਹ ਕਿਸੇ ਜ਼ਮੀਨ ਜਾਇਦਾਦ ਦੇ ਮਾਲਕ ਨਹੀਂ, ਜਿਸ ਕਰਕੇ ਉਹ ਕੈਨੇਡਾ ਦੇ ਨਾਗਰਿਕ ਬਣਨ ਦੇ ਹੱਕਦਾਰ ਨਹੀਂ। ਕੈਨੇਡਾ ਦੇ ਨਾਗਰਿਕ ਨਾ ਹੋਣ ਕਰਕੇ ਉਹ ਕੈਨੇਡਾ ਸਰਕਾਰ ਦੇ ਰਹਿਮੋ ਕਰਮ ਉੱਤੇ ਹੀ ਕੈਨੇਡਾ ਵਿੱਚ ਰਹਿ ਸਕਦੇ ਹਨ ਅਤੇ ਸਰਕਾਰ ਜਦੋਂ ਜੀ ਚਾਹੇ ਉਹਨਾਂ ਨੂੰ ਬਾਹਰ ਕੱਢ ਸਕਦੀ ਹੈ। ਪ੍ਰੋਫੈਸਰ ਤੇਜਾ ਸਿੰਘ ਦੇ ਵੈਨਕੂਵਰ ਪਹੁੰਚਣ ਤੇ ਸਿੱਖ ਭਰਾਵਾਂ ਨੇ ਉਹਨਾਂ ਨੂੰ ਗੋਰਿਆਂ ਦੀ ਇਸ ਨਾਕਸ ਸੋਚ ਅਤੇ ਘਾਤਕ ਚਾਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਪ੍ਰੋਫੈਸਰ ਸਾਹਿਬ ਅੱਗੇ ਆਪਣੇ ਮਨ ਦੀ ਹੂਕ ਇਸ ਤਰ੍ਹਾਂ ਪ੍ਰਗਟ ਕੀਤੀ। ਇੱਕ ਦਿਨ ਗੋਰੇ ਸਾਨੂੰ ਭੇਡਾਂ ਵਾਂਗੂ ਵਲ ਕੇ ਜਹਾਜ਼ ਚਾੜ ਬ੍ਰਿਟਿਸ਼ ਹਾਂਡੂਰਸ ਵਿੱਚ ਜਾ ਸੁੱਟਣਗੇ ਤੇ ਸਾਡੇ ਮਗਰੋਂ ਸਾਡਾ ਪ੍ਰਾਣਾਂ ਤੋਂ ਪਿਆਰਾ ਗੁਰਦੁਆਰਾ ਉਜਾੜ ਦੇਣਗੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਉਖਾੜ ਦੇਣਗੇ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਸਾਰੀ ਮਿੱਥਿਆ ਸੁਣ ਕੇ ਸਿੱਖ ਵੀਰਾਂ ਨੂੰ ਹੌਸਲਾ ਦਿੱਤਾ ਤੇ ਆਖਿਆ, ਘਬਰਾਓ ਨਹੀਂ, ਸਤਿਗੁਰੂ ਭਲੀ ਕਰਨਗੇ। ਉਹਨਾਂ ਨੇ ਸੁਝਾਅ ਦਿੱਤਾ ਕਿ ਇੱਕ ਮਾਈਨਿੰਗ ਐਂਡ ਟਰਸਟ ਕੰਪਨੀ ਰਜਿਸਟਰ ਕਰਾਈ ਜਾਵੇ ਅਤੇ ਵੈਨਕੂਵਰ ਵਿੱਚ ਗੁਰੂ ਨਾਨਕ ਟਾਊਨ ਵਸਾਉਣ ਵਾਸਤੇ ਭਰਾਵਾਂ ਲਈ ਜ਼ਮੀਨ ਖਰੀਦੀ ਜਾਵੇ ਤਾਂ ਜੋ ਉਹਨਾਂ ਕੋਲ ਕੈਨੇਡਾ ਅੰਦਰ ਮਾਲਕੀ ਦੇ ਹੱਕ ਆ ਜਾਵਣ ਅਤੇ ਉਹ ਨਾਗਰਿਕਤਾ ਦਾ ਦਾਅਵਾ ਕਰ ਸਕਣ। ਅਗਲੇ ਹੀ ਦਿਨ ਪ੍ਰੋਫੈਸਰ ਤੇਜਾ ਸਿੰਘ ਨੇ ਵਕੀਲ ਕੋਲ ਜਾ ਕੇ ਕੰਪਨੀ ਦੇ ਨਿਯਮ ਤਿਆਰ ਕੀਤੇ ਅਤੇ ਹਫ਼ਤੇ ਦੇ ਅੰਦਰ ਅੰਦਰ ਹੀ ਇਸ ਨੂੰ ਰਜਿਸਟਰ ਕਰਾ ਲਿਆ। ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਨੇ ਆਮ ਲੋਕਾਂ ਅੰਦਰ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਹੜਾ ਝੂਠਾ ਪ੍ਰਾਪੇਗੰਡਾ ਕੀਤਾ ਸੀ ਉਸ ਨੂੰ ਬੇਅਸਰ ਕਰਨ ਲਈ ਵੈਨਕੂਵਰ ਦੇ ਇੱਕ ਵੱਡੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਨੇ ਹਫ਼ਤੇ ਵਿੱਚ ਹੀ 2-3 ਪ੍ਰਭਾਵਸ਼ਾਲੀ ਲੈਕਚਰ ਕੀਤੇ, ਜਿਨ੍ਹਾਂ ਵਿੱਚ ਸਿੱਖ ਧਰਮ ਦੇ ਅਸੂਲਾਂ ਅਤੇ ਗੁਰੂ ਸਾਹਿਬਾਨ ਦੇ ਰੂਹਾਨੀ ਉਪਦੇਸ਼ਾਂ ਤੇ ਜੀਵਨ ਅਮਲਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਸਾਰਾ ਦਿਨ ਹਾਲ ਖਾਚਾ ਕਰ ਭਰਿਆ ਰਿਹਾ ਅਤੇ ਸਰੋਤਿਆਂ ਵਿੱਚ ਵੱਡੀ ਬਹੁ ਗਿਣਤੀ ਗੋਰਿਆਂ ਦੀ ਸੀ। ਇਹ ਲੈਕਚਰ ਇੰਨੇ ਅਸਰਦਾਰ ਸਾਬਤ ਹੋਏ ਕਿ ਨਾ ਸਿਰਫ ਮੌਕੇ ਤੇ ਮੌਜੂਦ ਗੋਰੇ ਗੋਰੀਆਂ ਪ੍ਰੋਫੈਸਰ ਤੇਜਾ ਸਿੰਘ ਦੀ ਲਿਆਕਤ ਅਤੇ ਸਿੱਖ ਧਰਮ ਦੇ ਉੱਚੇ ਤੇ ਸੁੱਚੇ ਅਸੂਲਾਂ ਦੇ ਕਾਇਲ ਹੋ ਗਏ, ਬਲਕਿ ਕੈਨੇਡਾ ਦੇ ਸਾਰੇ ਵੱਡੇ ਅਖਬਾਰਾਂ ਨੇ ਇਨ੍ਹਾਂ ਲੈਕਚਰਾਂ ਦੀਆਂ ਪ੍ਰਸ਼ੰਸਾਮਈ ਖਬਰਾਂ, ਤਸਵੀਰਾਂ ਆਦਿ ਸਮੇਤ ਛਾਪੀਆਂ। ਇਸ ਤਰੀਕੇ ਨਾਲ ਕੈਨੇਡਾ ਦੇ ਆਮ ਲੋਕਾਂ ਦੇ ਮਨਾਂ ਅੰਦਰ ਸਿੱਖਾਂ ਬਾਰੇ ਪੈਦਾ ਕੀਤੇ ਗਏ ਤਵੱਸਵ ਦੂਰ ਹੋਣੇ ਸ਼ੁਰੂ ਹੋ ਗਏ। ਦਰਜਨਾਂ ਦੀ ਸੰਖਿਆ ਵਿੱਚ ਗੋਰੇ ਗੋਰੀਆਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਬਣ ਗਏ। ਇਸ ਉਪਰੰਤ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦਾ ਭਰਵਾਂ ਇਕੱਠ ਹੋਇਆ ਅਤੇ ਉਹਨਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਗੁਰਮਤਾ ਕੀਤਾ ਕਿ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਸਾਏ ਹੇਠ ਕੈਨੇਡਾ ਵਿੱਚ ਹੀ ਰਹਾਂਗੇ ਤੇ ਸਰਕਾਰੀ ਚਾਲ ਅਧੀਨ ਕਿਸੇ ਹੋਰ ਦੇਸ਼ ਵਿੱਚ ਨਹੀਂ ਜਾਵਾਂਗੇ। ਇਹ ਖਬਰਾਂ ਕੈਨੇਡਾ ਤੇ ਅਮਰੀਕਾ ਦੇ ਅਖਬਾਰਾਂ ਵਿੱਚ ਛਪ ਗਈਆਂ, ਜਿਨ੍ਹਾਂ ਨੂੰ ਪੜ੍ਹ ਕੇ ਕੈਲੀਫੋਰਨੀਆ ਦੀ ਸੰਗਤ ਨੇ ਪ੍ਰੋਫੈਸਰ ਤੇਜਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਦੀਆਂ ਸੰਗਤਾਂ ਨੂੰ ਵੀ ਜ਼ਰੂਰ ਦਰਸ਼ਨ ਦੇਣ ਅਤੇ ਉਹਨਾਂ ਨੂੰ ਵੀ ਆਪਣੇ ਰੋਸ਼ਨ ਵਿਚਾਰਾਂ ਤੋਂ ਜਾਣੂ ਕਰਵਾਉਣ।
ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ। ਲੇਖਕ ਸਰਦਾਰ ਅਜਮੇਰ ਸਿੰਘ। ਭਾਗ 8ਵਾਂ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।